ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਟਵਾਰੀ ਦਾ ਐਗਜ਼ਾਮ ਨਿਕਲ ਚੁੱਕਿਆ ਹੈ ਤੇ ਉਸ ਦੀਆਂ ਤਿਆਰੀਆਂ ਸਾਰੇ ਸਟੂਡੈਂਟਸ ਨੇ ਸ਼ੁਰੂ ਕਰ ਦਿੱਤੀਆਂ ਨੇ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ, ਇਸ ਵਾਰੀ ਪੇਪਰ ਦੇ ਵਿੱਚ ਮੈਂਸ਼ੂਰੇਸ਼ਨ ਦਿੱਤੀ ਗਈ ਹੈ ਪਟਵਾਰੀ ਦੇ ਐਗਜ਼ਾਮ ਦੇ ਵਿੱਚ, ਹਰ ਵਾਰੀ ਜਿਵੇਂ ਦਿੱਤੀ ਜਾਂਦੀ ਹੈ। ਸੋ ਅਸੀਂ ਵਨ ਐਜੂਕੇਸ਼ਨ ਸਰਵਿਸਿਜ਼ ਤੋਂ ਅੱਜ ਅਸੀਂ ਮੈਂਸ਼ੂਰੇਸ਼ਨ ਦਾ ਆਨਲਾਈਨ ਪਾਰਟ ਸਟਾਰਟ ਕਰਨ ਜਾ ਰਹੇ ਹਾਂ। ਤੇ ਜੇ ਕਿਸੇ ਨੇ ਆਨਲਾਈਨ ਜਾਂ ਆਫਲਾਈਨ ਕੋਚਿੰਗ ਲੈਣੀ ਹੈ ਤਾਂ ਸਾਡੇ ਇੰਸਟੀਚਿਊਟ ਦੇ ਵਿੱਚ ਆਨਲਾਈਨ ਤੇ ਆਫਲਾਈਨ ਕੋਚਿੰਗ ਦੋਨੋਂ ਹੀ ਚੱਲ ਰਹੀਆਂ ਨੇ। ਤੋਂ ਤੁਹਾਡਾ ਜ਼ਿਆਦਾ ਸਮੇਂ ਨਾ ਲੈਂਦੇ ਹੋਏ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਪਾਰਟ ਮੈਂਸ਼ੂਰੇਸ਼ਨ। ਤਾਂ ਅੱਜ ਮੈਂਸ਼ੂਰੇਸ਼ਨ ਦੇ ਵਿੱਚ ਆਪਾਂ ਜੋ ਡਿਸਕਸ ਕਰਨ ਜਾਵਾਂ ਕਰਾਂਗੇ, ਤਾਂ ਉਹ ਪਹਿਲਾਂ ਡਿਸਕਸ ਕਰਾਂਗੇ ਅਸੀਂ ਟ੍ਰਾਇੰਗਲਸ ਬਾਰੇ। ਇਹਦੇ ਬਾਰੇ ਡਿਸਕਸ ਕਰਾਂਗੇ ਟ੍ਰਾਇੰਗਲਸ। ਦੇਖੋ, ਟ੍ਰਾਇੰਗਲ ਕੀ ਹੁੰਦੀ ਹੈ? ਨਾਰਮਲੀ ਜਿਹਦੀਆਂ ਤਿੰਨ ਸਾਈਡਾਂ ਹੁੰਦੀਆਂ ਨੇ ਉਹਨੂੰ ਕੀ ਕਹਿ ਦਿੰਦੇ ਆ? ਟ੍ਰਾਇੰਗਲ ਕਹਿ ਦਿੰਦੇ ਆ। ਤਾਂ ਜਿਵੇਂ ਇਹ ਸਾਈਡਾਂ ਨੇ, ਇਹ ਟ੍ਰਾਇੰਗਲ ਦੀਆਂ ਕਿੰਨੀਆਂ ਹੋ ਗਈਆਂ? ਤਿੰਨ ਸਾਈਡਾਂ ਹੋ ਗਈਆਂ, ਠੀਕ ਹੈ ਜੀ। ਤੇ ਨਾਰਮਲੀ ਇਹਦੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ ਵੀ ਟ੍ਰਾਇੰਗਲ ਦਾ ਏਰੀਆ ਕੱਢੋ। ਹੁਣ ਏਰੀਆ ਕੀ ਹੁੰਦਾ? ਦੇਖੋ, ਏਰੀਆ ਹੁੰਦਾ ਹੈ ਵੀ ਜੋ ਚੀਜ਼ ਜਿੰਨੀ ਜਗ੍ਹਾ ਕਵਰ ਕਰਦੀ ਹੈ, ਦੈਟ ਇਜ਼ ਕਾਲਡ ਦਾ ਏਰੀਆ। ਹੁਣ ਜਿਵੇਂ ਕਿ ਇਹ ਟ੍ਰਾਇੰਗਲ ਹੈ ਜਿਹੜੀ, ਉਹ ਕਿੰਨੇ ਏਰੀਏ ਦੇ ਵਿੱਚ ਬਣੀ ਹੋਈ ਹੈ, ਦੈਟ ਇਜ਼ ਕਾਲਡ ਦਾ ਟ੍ਰਾਇੰਗਲ। ਮਤਲਬ ਏਰੀਆ ਆਫ ਟ੍ਰਾਇੰਗਲ, ਏਰੀਆ ਕਹਿ ਦਿੰਦੇ ਆ। ਮਤਲਬ ਜਿੰਨਾ ਜਗ੍ਹਾ ਇਸ ਟ੍ਰਾਇੰਗਲ ਨੇ ਘੇਰੀ ਹੋਈ ਹੈ, ਦੈਟ ਇਜ਼ ਕਾਲਡ ਦਾ ਏਰੀਆ। ਹੁਣ ਏਰੀਆ ਕੱਢਣ ਦੇ ਫਾਰਮੂਲੇ ਬਹੁਤ ਨੇ, ਮਤਲਬ ਡਿਪੈਂਡ ਕਰਦਾ ਹੈ ਤੁਹਾਨੂੰ ਕੀ ਦਿੱਤਾ ਹੋਇਆ। ਜਿਵੇਂ ਮੰਨ ਲਓ ਤੁਹਾਨੂੰ ਇਹ ਦਿੱਤੀ ਹੋਈ ਹੈ, ਇੱਕ ਟ੍ਰਾਇੰਗਲ ਦੀ ਹਾਈਟ ਦਿੱਤੀ ਹੋਈ ਹੈ। ਕੀ ਦਿੱਤੀ ਹੋਈ ਹੈ? ਇਹ ਹਾਈਟ ਦਿੱਤੀ ਹੋਈ ਹੈ। ਦੇਖੋ, ਜੇ ਹਾਈਟ ਦਿੱਤੀ ਹੋਈ ਹੈ, ਜਿਹਦੇ ਉੱਪਰ ਹਾਈਟ ਬਣਦੀ ਹੈ ਉਹਨੂੰ ਕੀ ਕਹਿ ਦਿੰਦੇ ਹਾਂ? ਅਸੀਂ ਬੇਸ ਕਹਿ ਦਿੰਦੇ ਹਾਂ। ਜਿਹਦੇ ਉੱਪਰ ਹਾਈਟ ਬੇਸ 90 ਡਿਗਰੀ ਦਾ ਐਂਗਲ ਬਣਿਆ ਹੋਊਗਾ। ਤਾਂ ਦੇਖੋ, ਨਾਰਮਲੀ ਅਗਰ ਹਾਈਟ ਤੇ ਬੇਸ ਦਿੱਤਾ ਹੋਇਆ ਹੈ ਤਾਂ ਆਪਣਾ ਏਰੀਆ ਆਫ ਟ੍ਰਾਇੰਗਲ ਕੱਢਣ ਦਾ ਫਾਰਮੂਲਾ ਹੋਊਗਾ ਹਾਫ ਇੰਟੂ ਬੇਸ ਇੰਟੂ ਹਾਈਟ ਹੋਊਗਾ। ਠੀਕ ਹੈ ਜੀ। ਅਗਰ ਕਿਸੇ ਵੀ ਟ੍ਰਾਇੰਗਲ ਦਾ ਏਰੀਆ ਕੱਢਣਾ ਹੈ ਤੇ ਤੁਹਾਨੂੰ ਦਿੱਤਾ ਹੋਇਆ ਬੇਸ ਦਿੱਤਾ ਹੋਇਆ ਤੇ ਹਾਈਟ ਦਿੱਤਾ ਹੋਇਆ ਹੈ, ਤੇ ਇਸ ਟ੍ਰਾਇੰਗਲ ਦਾ ਏਰੀਆ ਕੱਢਣ ਦਾ ਫਾਰਮੂਲਾ ਕੀ ਹੋਊਗਾ? ਹਾਫ ਇੰਟੂ ਬੇਸ ਇੰਟੂ ਹਾਈਟ। ਠੀਕ ਹੈ ਜੀ। ਜਿਵੇਂ ਤੁਹਾਨੂੰ ਕਹਿ ਦਿੱਤਾ ਜਾਂਦਾ ਹੈ ਵੀ ਕਿਸੇ ਟ੍ਰਾਇੰਗਲ ਦਾ ਏਰੀਆ ਪਤਾ ਕਰੋ, ਅਗਰ ਉਸ ਦਾ ਬੇਸ 30 ਸੈਂਟੀਮੀਟਰ ਹੈ ਤੇ ਹਾਈਟ ਜਿਹੜੀ ਹੈਗੀ ਹੈ ਉਹ 10 ਸੈਂਟੀਮੀਟਰ ਹੈ, ਤਾਂ ਅਸੀਂ ਏਰੀਆ ਫਾਈਂਡ ਕਰਨਾ। ਤਾਂ ਏਰੀਆ ਫਾਈਂਡ ਕਰਨ ਦਾ ਫੰਡਾ ਹੋ ਗਿਆ ਹਾਫ ਇੰਟੂ 30 ਇੰਟੂ 10 ਹੋ ਗਿਆ। ਠੀਕ ਹੈ ਜੀ। ਤੇ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਕੀ ਆ ਜਾਊਗਾ? 150 ਮੀਟਰ ਸਕੁਅਰ ਆ ਜਾਊਗਾ। ਠੀਕ ਹੈ ਜੀ। ਤੇ ਨਾਰਮਲੀ ਟ੍ਰਾਇੰਗਲ ਦੇ ਵਿੱਚ ਹੁੰਦਾ ਕੀ ਹੈ ਜੀ? ਮੰਨ ਲਓ ਅਗਰ ਤੁਹਾਨੂੰ ਹਾਈਟ ਇੱਧਰ ਨੂੰ ਦਿੱਤਾ ਹੋਇਆ ਪਰਪੈਂਡੀਕੂਲਰ, ਅਗਰ ਪਰਪੈਂਡੀਕੂਲਰ ਤੁਹਾਨੂੰ ਇੱਧਰ ਨੂੰ ਦਿੱਤਾ ਹੋਇਆ ਹੈ ਤਾਂ ਇਹ ਤੁਹਾਡਾ ਬੇਸ ਹੋਊਗਾ। ਮਤਲਬ ਜਿਹੜੀ ਸਾਈਡ ਦੇ ਉੱਪਰ 90 ਡਿਗਰੀ ਦਾ ਐਂਗਲ ਬਣੂਗਾ ਉਹ ਤੁਹਾਡਾ ਕੀ ਹੋਊਗਾ? ਬੇਸ ਹੋਊਗਾ। ਠੀਕ ਹੈ ਜੀ। ਮੇਰੇ ਖਿਆਲ ਨਾਲ ਕਲੀਅਰ ਹੈ। ਏਰੀਆ ਕੱਢਣ ਦਾ ਇੱਕ ਫਾਰਮੂਲਾ ਸਾਨੂੰ ਕਲੀਅਰ ਹੈ ਵੀ ਅਗਰ ਬੇਸ ਦਿੱਤਾ ਹੋਵੇ, ਹਾਈਟ ਦਿੱਤਾ ਹੋਵੇ ਤਾਂ ਅਸੀਂ ਏਰੀਆ ਇਸ ਤਰੀਕੇ ਨਾਲ ਕੱਢ ਸਕਦੇ ਹਾਂ। ਠੀਕ ਹੈ। ਬਾਕੀ ਕਈ ਵਾਰੀ ਕੁਐਸਚਨ ਦੇ ਵਿੱਚ ਕੀ ਆ ਜਾਂਦਾ, ਤੁਹਾਨੂੰ ਏਰੀਆ ਦਿੱਤਾ ਹੋਊਗਾ, ਬੇਸ ਦਿੱਤਾ ਹੋਊਗਾ, ਹਾਈਟ ਕੱਢਣ ਨੂੰ ਕਹਿ ਦੇਣਗੇ। ਜਿਵੇਂ ਮੈਂ ਤੁਹਾਨੂੰ ਕਹਿਦਾ ਵੀ ਇੱਕ ਟ੍ਰਾਇੰਗਲ ਹੈ, ਉਸ ਦਾ ਏਰੀਆ ਤੁਹਾਡੇ ਕੋਲ ਹੈਗਾ ਮੰਨ ਲਓ 210 ਸੈਂਟੀਮੀਟਰ ਸਕੁਅਰ ਹੈ, ਉਸ ਦੀ ਹਾਈਟ ਮੰਨ ਲਓ ਤੁਹਾਨੂੰ ਦਿੱਤੀ ਹੋਈ ਹੈ 20 ਸੈਂਟੀਮੀਟਰ ਹਾਈਟ ਦਿੱਤੀ ਹੋਈ ਹੈ, ਤੇ ਤੁਸੀਂ ਉਸ ਦਾ ਬੇਸ ਪਤਾ ਕਰਨਾ ਹੈ। ਤਾਂ ਸੇਮ ਆਪਾਂ ਫਾਰਮੂਲਾ ਲਗਾਵਾਂਗੇ, ਏਰੀਆ ਕੱਢਣ ਦਾ ਫਾਰਮੂਲਾ ਹਾਫ ਇੰਟੂ ਬੇਸ ਇੰਟੂ ਹਾਈਟ ਹੁੰਦਾ ਹੈ ਜੀ। ਠੀਕ ਹੈ ਜੀ। ਸੋ ਸਾਨੂੰ ਜਿਹੜੀ ਦਿੱਤੀ ਹੋਈ ਹੈ, ਏਰੀਆ ਦਿੱਤਾ ਹੋਇਆ 210, ਸੋ ਹਾਫ ਬੇਸ ਸਾਨੂੰ ਪਤਾ ਨਹੀਂ, ਹਾਈਟ ਸਾਨੂੰ ਦਿੱਤੀ ਹੋਈ ਹੈ ਕਿੰਨੀ? 20। ਸੋ ਤੁਸੀਂ ਇਹਨੂੰ ਸੋਲਵ ਕਰੋਗੇ, ਇਹ 10 ਨਾਲ ਕੱਟ ਗਿਆ, ਸੋ ਬੇਸ ਤੁਹਾਡਾ ਨੀਚੇ ਆ, 10 ਤੁਹਾਡਾ ਨੀਚੇ ਆ ਗਿਆ, ਤਾਂ ਤੁਸੀਂ ਕਹਿ ਸਕਦੇ ਹੋ ਤੁਹਾਡਾ ਬੇਸ ਕਿੰਨਾ ਆ ਗਿਆ? 21 ਸੈਂਟੀਮੀਟਰ। 21 ਸੈਂਟੀਮੀਟਰ ਸਕੁਅਰ ਦੇ ਵਿੱਚ ਤਾਂ ਏਰੀਆ ਆਉਂਦਾ ਹੁੰਦਾ। ਠੀਕ ਹੈ ਜੀ। ਸੋ ਇਹ ਆ ਗਿਆ ਤੁਹਾਡਾ ਬੇਸ। ਮਤਲਬ ਕੁਝ ਵੀ ਚੀਜ਼ ਪੁੱਛ ਸਕਦੇ ਨੇ। ਠੀਕ ਹੈ ਜੀ। ਇਹ ਤਾਂ ਸੀ ਪਹਿਲਾ ਕੇਸ। ਹੁਣ ਦੂਜਾ ਕੇਸ, ਮੰਨ ਲਓ ਤੁਹਾਨੂੰ ਸਿਰਫ ਸਾਈਡਾਂ ਦੇਤੀਆਂ। ਕੀ ਦੇਤੀਆਂ? ਸਾਈਡਾਂ ਦੇਤੀਆਂ ਤੇ ਤੁਹਾਨੂੰ ਕਹਿਣਗੇ ਹੁਣ ਏਰੀਆ ਕੱਢੋ ਟ੍ਰਾਇੰਗਲ ਦਾ। ਵੀ ਟ੍ਰਾਇੰਗਲ ਦਾ ਏਰੀਆ ਕੱਢਣ ਦਾ ਫਾਰਮੂਲਾ ਕੀ ਹੋਊਗਾ? ਠੀਕ ਹੈ ਜੀ। ਸੋ ਹੁਣ ਤਾਂ ਆਪਾਂ ਫਾਰਮੂਲਾ ਤਾਂ ਲਗਾ ਨਹੀਂ ਸਕਦੇ ਹਾਫ ਬੇਸ ਇੰਟੂ ਹਾਈਟ, ਕਿਉਂਕਿ ਸਾਨੂੰ ਹਾਈਟ ਨਹੀਂ ਪਤਾ। ਤਾਂ ਇਸ ਦੇ ਵਿੱਚ ਆਪਾਂ ਏਰੀਆ ਕਿਵੇਂ ਕੱਢਾਂਗੇ? ਤਾਂ ਇਹ ਫਾਰਮੂਲਾ ਨੰਬਰ 2 ਹੈ। ਅਗਰ ਤੁਹਾਨੂੰ ਇਦਾਂ ਹੋਵੇ ਤਾਂ ਇਹਦੇ ਵਿੱਚ ਅਸੀਂ ਲਗਾਵਾਂਗੇ ਹੀਰੋਜ਼ ਫਾਰਮੂਲਾ। ਕੀ ਕਹਿ ਦਿੰਦੇ ਆ? ਹੀਰੋਜ਼ ਫਾਰਮੂਲਾ। ਇਹ ਸਾਨੂੰ 8th ਕਲਾਸ ਦੇ ਵਿੱਚ ਹੁੰਦਾ ਸੀ, ਹੀਰੋ ਫਾਰਮੂਲਾ। ਹੀਰੋ ਫਾਰਮੂਲਾ ਦੇਖੋ ਕੀ ਕਹਿੰਦਾ, ਏਰੀਆ ਆਫ ਟ੍ਰਾਇੰਗਲ ਕੱਢਣ ਦਾ ਜਿਹੜਾ ਹੁੰਦਾ ਜੀ, ਉਹ ਹੁੰਦਾ ਆਪਣੇ ਕੋਲ ਸਕੁਅਰ ਰੂਟ ਆਫ ਐਸ, ਐਸ ਮਾਈਨਸ ਏ, ਐਸ ਮਾਈਨਸ ਬੀ, ਐਸ ਮਾਈਨਸ ਸੀ। ਇਹ ਸਾਡੇ ਕੋਲ ਫਾਰਮੂਲਾ ਹੁੰਦਾ ਏਰੀਆ ਆਫ
ਟ੍ਰਾਇੰਗਲ ਕੱਢਣ ਦਾ ਹੀਰੋ ਫਾਰਮੂਲਾ ਕਹਿ ਦਿੰਦੇ ਹਾਂ ਜਿਹਨੂੰ ਆਪਾਂ, ਅਗਰ ਤੁਹਾਨੂੰ ਤਿੰਨੋਂ ਸਾਈਡਾਂ ਦਿੱਤੀਆਂ ਹੋਣ, ਠੀਕ ਹੈ। ਹੁਣ ਇਹਦੇ ਵਿੱਚ ਐਸ ਕੀ ਹੈ, ਐਸ ਨੂੰ ਅਸੀਂ ਕਹਿ ਦਿੰਦੇ ਹਾਂ ਸੈਮੀ ਪੈਰਾਮੀਟਰ। ਐਸ ਕੀ ਹੁੰਦਾ ਇੱਥੇ, ਐਸ ਇਜ਼ ਇਕੁਅਲ ਟੂ ਕਹਿ ਸਕਦੇ ਹੋ ਤੁਸੀਂ ਸੈਮੀ ਪੈਰਾਮੀਟਰ। ਹੁਣ ਪਹਿਲੀ ਗੱਲ, ਪੈਰਾਮੀਟਰ ਕੀ ਹੁੰਦਾ, ਜਿਹਨੂੰ ਅਸੀਂ ਪੰਜਾਬੀ ਚ ਕਹਿ ਦਿੰਦੇ ਆ ਘੇਰਾ, ਮਤਲਬ ਆ ਬਾਉਂਡਰੀ ਦੀ ਲੈਂਥ, ਜਿੰਨੀ ਵੀ ਬਾਉਂਡਰੀ ਦੀ ਲੈਂਥ ਹੈ ਦੈਟ ਇਜ਼ ਕਾਲਡ ਦਾ ਪੈਰਾਮੀਟਰ। ਅਗਰ ਮੈਂ ਬਾਹਰੋਂ ਬਾਹਰ ਜਾਵਾਂ ਤਾਂ ਇਸ ਟ੍ਰਾਇੰਗਲ ਦੀ ਕਿੰਨੀ ਲੈਂਥ ਲੱਗੂਗੀ, ਮੰਨ ਲਓ ਅਗਰ ਮੈਂ ਇਸ ਬਾਉਂਡਰੀ ਦੇ ਬਾਹਰੋਂ ਬਾਹਰ ਤਾਰ ਲਗਾਣੀ ਹੈ ਤੇ ਕਿੰਨੇ ਮੀਟਰ ਤਾਰ ਲੱਗੂਗੀ, ਉਸ ਕੇਸ ਦੇ ਵਿੱਚ ਸਾਨੂੰ ਕੀ ਕਰਨਾ ਪਊਗਾ, ਪੈਰਾਮੀਟਰ ਕੱਢਣਾ ਪਊਗਾ। ਸੋ ਪੈਰਾਮੀਟਰ ਤੁਸੀਂ ਕਹਿ ਸਕਦੇ ਹੋ ਕੀ ਹੁੰਦਾ, ਸਮ ਆਫ ਆਲ ਦਾ ਸਾਈਡ, ਸਾਰੀਆਂ ਸਾਈਡਾਂ ਦਾ ਜੋੜ ਕੀ ਹੁੰਦਾ ਸਾਡੇ ਕੋਲ, ਪੈਰਾਮੀਟਰ ਹੁੰਦਾ, ਠੀਕ ਹੈ ਜੀ। ਹੁਣ ਸੈਮੀ ਪੈਰਾਮੀਟਰ ਕੀ ਹੋ ਗਿਆ, ਜਿਹਨੂੰ ਆਪਾਂ ਐਸ ਕਹਾਂਗੇ, ਵੀ ਜੋ ਪੈਰਾਮੀਟਰ ਆਇਆ ਉਸ ਦਾ ਹਾਫ, ਦੈਟ ਇਜ਼ ਕਾਲਡ ਦਾ ਸੈਮੀ ਪੈਰਾਮੀਟਰ, ਠੀਕ ਹੈ ਜੀ। ਇਹ ਹੋ ਗਿਆ ਆਪਣੇ ਕੋਲ ਏਰੀਆ ਆਫ ਟ੍ਰਾਇੰਗਲ ਕੱਢਣ ਦਾ ਦੂਜਾ ਫਾਰਮੂਲਾ। ਮਤਲਬ ਅਗਰ ਸਾਨੂੰ ਹਾਈਟ ਤੇ ਬੇਸ ਨਹੀਂ ਦਿੱਤਾ ਹੋਇਆ, ਅਗਰ ਤਿੰਨੋਂ ਸਾਈਡਾਂ ਦਿੱਤੀਆਂ ਹੋਈਆਂ ਨੇ ਤਾਂ ਏਰੀਆ ਕੱਢਣ ਦਾ ਫਾਰਮੂਲਾ ਇਹ ਹੋ ਜਾਂਦਾ। ਵੈਸੇ ਤਾਂ ਏਰੀਆ ਆਫ ਟ੍ਰਾਇੰਗਲ ਦੇ ਬਹੁਤ ਫਾਰਮੂਲੇ ਨੇ, ਜਿਵੇਂ ਇੱਕ ਤੀਜਾ ਫਾਰਮੂਲਾ ਵੀ ਅਗਰ ਮੈਂ ਦੱਸਾਂ, ਜਿਵੇਂ ਤੁਹਾਨੂੰ ਕਿਹਾ ਜਾਵੇ ਇੱਕ ਟ੍ਰਾਇੰਗਲ ਹੈ, ਠੀਕ ਹੈ ਜੀ, ਉਸ ਦੀਆਂ ਦੋ ਸਾਈਡਾਂ ਤੁਹਾਨੂੰ ਗਿਵਨ ਨੇ ਤੇ ਇੱਕ ਐਂਗਲ ਦਿੱਤਾ ਹੋਇਆ ਹੈ, ਤਾਂ ਹੁਣ ਦੱਸੋ ਏਰੀਆ ਕੱਢਣ ਦਾ ਫਾਰਮੂਲਾ ਕੀ ਹੋਊਗਾ। ਤਾਂ ਇਸ ਕੇਸ ਦੇ ਵਿੱਚ ਨਾ ਤਾਂ ਪਹਿਲਾ ਵਾਲਾ ਫਾਰਮੂਲਾ ਲੱਗੂਗਾ, ਨਾ ਹੀ ਦੂਜੇ ਵਾਲਾ ਫਾਰਮੂਲਾ ਲੱਗੂਗਾ, ਕਿਉਂਕਿ ਨਾ ਤਾਂ ਸਾਨੂੰ ਬੇਸ ਤੇ ਹਾਈਟ ਗਿਵਨ ਹੈ ਔਰ ਦੂਜੇ ਚ ਨਾ ਹੀ ਤਿੰਨੋਂ ਸਾਈਡਾਂ ਗਿਵਨ ਹੈ। ਤਾਂ ਇਸ ਕੇਸ ਦੇ ਵਿੱਚ ਅਗਰ ਤੁਸੀਂ ਏਰੀਆ ਆਫ ਟ੍ਰਾਇੰਗਲ ਕੱਢਣਾ ਹੈ ਤਾਂ ਇਹਦਾ ਫਾਰਮੂਲਾ ਹੁੰਦਾ ਹੈ ਜੀ ਹਾਫ ਏ ਬੀ ਸਾਈਨ ਥੀਟਾ। ਮਤਲਬ ਜਿਹੜੀਆਂ ਦੋ ਸਾਈਡਾਂ ਦਿੱਤੀਆਂ ਹੋਈਆਂ ਨੇ ਤੇ ਜਿਹੜਾ ਉਹਨਾਂ ਦੇ ਵਿਚਕਾਰ ਐਂਗਲ ਦਿੱਤਾ ਹੋਇਆ ਹਾਫ ਏ ਬੀ ਇੰਟੂ ਸਾਈਨ ਥੀਟਾ। ਮਤਲਬ ਵੈਸੇ ਏਰੀਆ ਕੱਢਣ ਦੇ 5 ਫਾਰਮੂਲੇ ਹੁੰਦੇ ਨੇ, ਵੈਸੇ 2 ਫਾਰਮੂਲੇ ਜ਼ਿਆਦਾ ਯੂਜ਼ ਨਹੀਂ ਹੁੰਦੇ, ਜ਼ਿਆਦਾਤਰ ਇਹ 3 ਫਾਰਮੂਲੇ ਹੀ ਯੂਜ਼ ਹੁੰਦੇ, ਤਿੰਨ ਵੀ ਬਹੁਤ ਘੱਟ ਯੂਜ਼ ਹੁੰਦਾ ਹੈ। ਇਹ 2 ਫਾਰਮੂਲੇ, ਪਹਿਲਾ ਤੇ ਦੂਜਾ ਫਾਰਮੂਲਾ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਬਾਕੀ ਜੇ ਅਗਰ ਤੁਸੀਂ ਇਹਨੂੰ ਡੀਪਲੀ ਕਰਨਾ ਚਾਹੁੰਦੇ ਹੋ ਤਾਂ ਸਾਡੀ ਕਲਾਸਿਸ ਨੂੰ ਜ਼ਰੂਰ ਲਗਾਇਓ, ਠੀਕ ਹੈ। ਮੈਂ ਉਸ ਕੇਸ ਦੇ ਵਿੱਚ ਤੁਹਾਨੂੰ ਬਾਕੀ ਦੇ 2 ਫਾਰਮੂਲੇ ਵੀ ਦੱਸਾਂਗਾ, ਠੀਕ ਹੈ ਜੀ। ਸੋ ਹੁਣ ਅਸੀਂ ਕੁਝ ਇੱਕ ਦੋ ਕੁਐਸਚਨ ਪ੍ਰੈਕਟਿਸ ਕਰਕੇ ਦੇਖਦੇ ਹਾਂ। ਜਿਵੇਂ ਕਿ ਸਾਡੇ ਕੋਲ ਕੁਐਸਚਨ ਹੈ, ਫਾਈਂਡ ਦਾ ਏਰੀਆ ਆਫ ਟ੍ਰਾਇੰਗਲ whose base is 18 and height 12। ਕਹਿੰਦੇ ਇੱਕ ਟ੍ਰਾਇੰਗਲ ਹੈ, ਠੀਕ ਹੈ ਜੀ, ਇਸ ਦਾ ਖੇਤਰਫਲ, ਏਰੀਆ ਨੂੰ ਕਹਿ ਦਿੰਦੇ ਆ ਖੇਤਰਫਲ, ਪਤਾ ਕਰੋ ਜਿਸ ਦਾ ਹਾਈਟ ਕਿੰਨੀ ਹੈ ਜੀ 12 ਸੈਂਟੀਮੀਟਰ ਹੈ ਤੇ ਬੇਸ ਕਿੰਨਾ ਹੈ ਜੀ 18 ਸੈਂਟੀਮੀਟਰ। ਇਹ ਸਿੰਪਲ ਕੁਐਸਚਨ ਹੈ ਜੀ। ਅਗਰ ਅਸੀਂ ਇਸ ਦਾ ਏਰੀਆ ਕੱਢਣਾ ਹੈ ਜੀ ਤਾਂ ਏਰੀਆ ਕੱਢਣ ਦਾ ਫਾਰਮੂਲਾ ਕੀ ਹੁੰਦਾ ਜੀ, ਹਾਫ ਇੰਟੂ ਬੇਸ ਇੰਟੂ ਹਾਈਟ ਹੁੰਦਾ ਜੀ, ਇਹੀ ਫਾਰਮੂਲਾ ਹੁੰਦਾ ਸਾਡਾ। ਸੋ ਜਿਹਦੇ ਵਿੱਚ ਸਾਨੂੰ ਹਾਫ ਬੇਸ ਪਤਾ ਹੈ ਜੀ, ਬੇਸ ਕਿੰਨਾ ਸਾਡਾ 18 ਤੇ ਹਾਈਟ ਕਿੰਨੀ ਹੈ ਸਾਡੀ 12। ਤੇ ਜੇ ਅਸੀਂ ਇਹਨੂੰ ਸੋਲਵ ਕਰਾਂਗੇ 9, ਇਹ ਸੈਂਟੀਮੀਟਰ 108 ਆ ਗਿਆ, ਇਹ ਸੈਂਟੀਮੀਟਰ ਚ ਹੈ ਦੋਨੋਂ, ਤਾਂ ਏਰੀਆ ਇਹ 2 ਸੈਂਟੀਮੀਟਰ, ਸੈਂਟੀਮੀਟਰ ਕੀ ਹੋ ਜਾਊਗਾ ਸੈਂਟੀਮੀਟਰ ਸਕੁਅਰ ਹੋ ਗਿਆ। ਸੋ ਅਸੀਂ ਕਹਿ ਦਾਂਗੇ ਏਰੀਆ ਆਫ ਟ੍ਰਾਇੰਗਲ ਕੀ ਆ ਗਿਆ ਸਾਡੇ ਕੋਲ 108 ਸੈਂਟੀਮੀਟਰ ਸਕੁਅਰ ਆ ਗਿਆ। ਇਹ ਪਹਿਲਾ ਕੇਸ ਹੋ ਗਿਆ ਵੀ ਬੇਸ ਤੇ ਹਾਈਟ ਸਾਨੂੰ ਦਿੱਤੇ ਹੋਏ ਨੇ। ਹੁਣ ਅਸੀਂ ਦੂਜਾ ਕਰਦੇ ਹਾਂ, ਫਾਈਂਡ ਦਾ ਏਰੀਆ ਆਫ ਟ੍ਰਾਇੰਗਲ whose sides are 18 24 ਤੇ 30। ਮਤਲਬ ਇੱਕ ਟ੍ਰਾਇੰਗਲ ਹੈ, ਉਸ ਦਾ ਏਰੀਆ ਫਾਈਂਡ ਕਰਨਾ ਹੈ ਜਿਹਦੀਆਂ ਸਾਈਡਾਂ ਦਿੱਤੀਆਂ ਨੇ 18 24 ਤੇ 30 ਸੈਂਟੀਮੀਟਰ ਦਿੱਤੀਆਂ ਨੇ, ਠੀਕ ਹੈ ਜੀ। ਤੇ ਅਸੀਂ ਇਸ ਦਾ ਏਰੀਆ ਪਤਾ ਕਰਨਾ। ਤਾਂ ਇਹਦੇ ਵਿੱਚ ਪਹਿਲਾ ਫਾਰਮੂਲਾ ਤਾਂ ਲੱਗ ਨਹੀਂ ਸਕਦਾ ਕਿਉਂਕਿ ਇਹਦੇ ਵਿੱਚ ਸਾਨੂੰ ਬੇਸ ਤੇ ਹਾਈਟ ਨਹੀਂ ਦਿੱਤੇ। ਇਹਦੇ ਵਿੱਚ ਅਸੀਂ ਕੀ ਲਗਾਵਾਂਗੇ, ਹੀਰੋ ਫਾਰਮੂਲਾ। ਤੇ ਹੀਰੋ ਫਾਰਮੂਲੇ ਵਾਸਤੇ ਸਾਨੂੰ ਐਸ ਕੱਢਣਾ ਪਊਗਾ। ਤੋ ਹੀਰੋ ਫਾਰਮੂਲਾ ਤੁਹਾਨੂੰ ਮੈਂ ਦੱਸ ਦਿੰਦਾ ਕੀ ਹੁੰਦਾ ਜੀ, ਸਾਰਿਆਂ ਨੂੰ ਪਤਾ ਹੀ ਹੈ ਕੀ ਹੁੰਦਾ ਹੈ, ਹੁਣੇ ਆਪਾਂ ਡਿਸਕਸ ਕਰਕੇ ਹਟੇ ਹਾਂ। ਐਸ, ਐਸ ਮਾਈਨਸ ਏ, ਐਸ ਮਾਈਨਸ ਬੀ, ਐਸ ਮਾਈਨਸ ਸੀ, ਦੈਟ ਇਜ਼ ਕਾਲਡ ਦਾ ਹੀਰੋ ਫਾਰਮੂਲਾ। ਔਰ ਇਹਦੇ ਵਿੱਚ ਐਸ ਦੱਸਿਆ ਸੀ ਸੈਮੀ ਪੈਰਾਮੀਟਰ। ਤਾਂ ਸਭ ਤੋਂ ਪਹਿਲਾਂ ਆਪਾਂ ਐਸ ਕੱਢਦੇ ਹਾਂ। ਐਸ ਕੀ ਹੋਊਗਾ, ਪੈਰਾਮੀਟਰ ਦੇਖੋ ਕੀ ਹੋਏਗਾ, ਸਾਰੀਆਂ ਸਾਈਡਾਂ ਦਾ ਜੋੜ, ਮਤਲਬ 30 ਪਲੱਸ 18 ਪਲੱਸ 24 ਬਟੇ 2, ਦੈਟ ਇਜ਼ ਕਾਲਡ ਦਾ ਬਟੇ 2 ਕਰਨਾ ਐਸ ਆ ਜਾਊਗਾ। ਸੋ ਜੇ ਜੋੜੀਏ 30 ਤੇ 24 ਹੋ ਗਏ ਸਾਡੇ 54, 54 ਤੇ 18 ਸਾਡੇ ਕੋਲ ਹੋ ਗਏ 72। 72 ਨੂੰ 2 ਨਾਲ ਡਿਵਾਈਡ ਕੀਤਾ ਤਾਂ ਤੁਸੀਂ ਕਹਿ ਸਕਦੇ ਹੋ ਐਸ ਕਿੰਨਾ ਆ ਗਿਆ ਤੁਹਾਡਾ 36 ਆ ਗਿਆ। ਸੋ ਇਹ ਸਾਨੂੰ ਕਲੀਅਰ ਹੋ ਗਿਆ ਵੀ ਸਾਡਾ ਐਸ ਕਿੰਨਾ ਆ ਗਿਆ 36 ਆ ਗਿਆ। ਹੁਣ ਅੱਗੇ ਕੀ ਸੀ ਦੇਖੋ, ਐਸ ਮਾਈਨਸ ਏ, ਇਹ ਤੁਸੀਂ ਕਿਸੇ ਨੂੰ ਵੀ ਮੰਨ ਲਓ, ਮੈਂ ਮੰਨ ਲੈਣਾ ਏ ਹੈ ਮੇਰਾ, 36 ਮਾਈਨਸ 18, ਤਾਂ 36 ਮਾਈਨਸ 18 ਕੀ ਆ ਗਿਆ ਸਾਡੇ ਕੋਲ 18 ਆ ਗਿਆ। ਅੱਗੇ ਐਸ ਮਾਈਨਸ ਬੀ, ਐਸ 36 ਹੈ, ਬੀ ਨੂੰ ਮੈਂ 24 ਮੰਨਦਾ, ਕੋਈ ਵੀ ਲੈ ਸਕਦੇ ਹੋ, ਕੋਈ ਗੱਲ ਨਹੀਂ, ਸਾਰੀਆਂ ਸਾਈਡਾਂ ਮਾਈਨਸ ਕਰਨੀਆਂ ਨੇ। 36 ਚੋਂ 24 ਕੱਢੇ ਅਸੀਂ, ਸਾਡੇ ਕੋਲ ਆ ਗਿਆ 12। ਫਿਰ ਅੱਗੇ 36 ਮਾਈਨਸ ਸੀ, ਸੀ ਕਿੰਨਾ ਸਾਡੇ ਕੋਲ 30 ਹੈ, ਤਾਂ 36 ਮਾਈਨਸ 30 ਸਾਡੇ ਕੋਲ ਕੀ ਆ ਗਿਆ 6 ਆ ਗਿਆ, ਠੀਕ ਹੈ ਜੀ। ਸੋ ਹੁਣ ਅਗਰ ਇਹਨੂੰ ਸੋਲਵ ਕਰੀਏ ਤਾਂ ਇਹਦਾ ਸਕੁਅਰ ਰੂਟ ਕੱਢਣਾ ਹੈ।
ਦੇਖੋ ਸਾਨੂੰ 36 ਦਾ ਸਕੁਅਰ ਰੂਟ ਤਾਂ ਪਤਾ ਹੈ, 36 ਦਾ ਸਕੁਅਰ ਰੂਟ ਹੁੰਦਾ ਵਰਗਮੂਲ ਕਹਿ ਦਿੰਦੇ ਆ, ਉਹ 6 ਆਊਗਾ। ਸੋ ਇਹਨੂੰ ਤਾਂ ਅਸੀਂ ਐਂ ਲਿਖ ਲੈਂਦੇ ਆ। ਹੁਣ ਅੰਦਰ ਰਹਿ ਗਿਆ 18 12 6। ਤਾਂ ਤੁਸੀਂ ਇਹ ਕਰ ਸਕਦੇ ਹੋ, 18 12 6 ਨੂੰ ਗੁਣਾ ਕਰਕੇ ਜੋ ਆਊਗਾ ਉਹਦਾ ਸਕੁਅਰ ਰੂਟ ਕੱਢ ਲਓ। ਅਗਰ ਨਹੀਂ ਏਦਾਂ ਕਰਨਾ ਤਾਂ ਤੁਸੀਂ ਇਕੱਲੇ ਇਕੱਲੇ ਦਾ ਸਕੁਅਰ ਰੂਟ ਕੱਢ ਲਓ, ਇਹਨਾਂ ਨੂੰ ਤੋੜ ਦਿਓ। ਜਿਵੇਂ 18 ਨੂੰ ਅਸੀਂ ਕੀ ਲਿਖਦੇ ਹਾਂ, 2 ਦੂਣੀ 4 ਤੀਏ 18, ਸੌਰੀ 2 ਦੂਣੀ 4 ਨਹੀਂ 2 ਤੀਆ 6, 6 ਤੀਆ 18। 12 ਨੂੰ ਕੀ ਲਿਖ ਸਕਦੇ ਹਾਂ, 2 ਦੂਣੀ 4 ਤੀਏ 12, ਔਰ 6 ਨੂੰ ਕੀ ਲਿਖ ਸਕਦੇ ਹਾਂ, 3 ਗੁਣਾ 2 ਲਿਖ ਸਕਦੇ ਹਾਂ। ਅਗਰ ਤੁਹਾਡੇ ਤੋਂ ਦੇਖੋ ਗੁਣਾ ਕਰਕੇ ਸਕੁਅਰ ਰੂਟ ਕੱਢਣ 'ਚ ਪ੍ਰੋਬਲਮ ਹੈ, ਤੁਸੀਂ ਐਂ ਤੋੜ ਲਿਆ ਕਰੋ। ਹੁਣ ਅਸੀਂ ਸਕੁਅਰ ਰੂਟ ਕੱਢਾਂਗੇ, ਦੇਖੋ 6 ਤਾਂ ਬਾਹਰ ਹੈਗਾ ਹੀ ਹੈ, ਇਹ 3 ਤੀਆ ਕੀ ਹੋ ਗਿਆ, 9 ਹੋ ਗਿਆ, ਤਾਂ 9 ਦਾ ਸਕੁਅਰ ਰੂਟ ਕਿੰਨਾ ਆ ਗਿਆ, 3 ਆ ਗਿਆ। ਇਹ 2 ਦੂਣੀ 4 ਹੋ ਗਿਆ, 4 ਦਾ ਸਕੁਅਰ ਰੂਟ ਕਿੰਨਾ ਆ ਗਿਆ, 4 ਆ ਗਿਆ। ਇਹ 3 ਤੀਆ 9 ਹੋ ਗਿਆ, 9 ਦਾ ਸਕੁਅਰ ਰੂਟ ਕਿੰਨਾ ਆ ਗਿਆ, 3 ਆ ਗਿਆ ਜੀ। ਇਹ 2 ਤੇ ਇਹ 2 2 ਦੂਣੀ 4 ਇਹ ਹੋ ਗਈ, ਤਾਂ 4 ਦਾ ਸਕੁਅਰ ਰੂਟ ਕਿੰਨਾ ਆ ਗਿਆ, 2। ਤਾਂ ਅੰਦਰ ਕੁਝ ਬਚਿਆ ਨਹੀਂ, ਤਾਂ ਹੁਣ ਏਰੀਆ ਦੇਖਦੇ ਕਿੰਨਾ ਆਇਆ, 6 ਤੀਆ 12, 12 ਚੋਂ ਕੇ 48, 48 ਦੂਣੀ 96, 96 ਇੰਟੂ 3 ਦੇਖੋ ਕਿੰਨਾ ਹੋਊਗਾ, 6 ਤੀਆ 18, 9 ਤੀਆ 27, 27 ਤੇ 1 ਕਿੰਨਾ ਹੋ ਗਿਆ, 28। ਤਾਂ ਤੁਸੀਂ ਕਹਿ ਸਕਦੇ ਹੋ ਤੁਹਾਡਾ ਆਂਸਰ ਕਿੰਨਾ ਹੋਊਗਾ, 288 ਸੈਂਟੀਮੀਟਰ ਸਕੁਅਰ ਆ ਜਾਊਗਾ। ਠੀਕ ਹੈ ਜੀ, ਦੇਖ ਲਓ ਦੁਬਾਰਾ ਚੈੱਕ ਕਰ ਲੈਣੇ, 3 ਦੂਣੀ 6 ਚੋਕਾ 24, 24 ਤੀਆ 72, 72 ਚੀਕਾ 72 ਨੂੰ ਆਪਾਂ 6 ਨਾਲ ਮਲਟੀਪਲਾਈ ਕਰ ਲਓ, 6 ਦੂਣੀ 12, 7 ਛਿੱਕੇ 42, ਸੋ ਗਲਤ ਹੋ ਗਿਆ ਸ਼ਾਇਦ। 3 ਦੂਣੀ 6, 6 ਚੋਕਾ 24, 24 ਤੀਆ 72, 72 ਠੀਕ ਹੈ, 6 ਦੂਣੀ 12, 7 ਛਿੱਕੇ 42 ਤੇ 43, ਸੋ 432 ਆ ਜਾਊਗਾ। ਮੇਰੇ ਖਿਆਲ ਨਾਲ ਇੱਥੇ 432 ਆਊਗਾ। ਬਾਕੀ ਕੈਲਕੂਲੇਸ਼ਨ ਪਾਰਟ ਹੈ, ਤੁਸੀਂ ਕਰਕੇ ਦੇਖ ਲਿਓ। ਮੈਥਡ ਤੁਹਾਨੂੰ ਮੈਂ ਦੱਸਦਾ ਉਹ 'ਚ ਕੀ ਆਊਗਾ। ਆਈ ਥਿੰਕ ਸਭ ਨੂੰ ਸਮਝ ਆਇਆ ਹੋਣਾ। ਇੱਕ ਹੋਰ ਕੁਐਸਚਨ ਦੇਖਦੇ ਹਾਂ। ਹੁਣ ਇਸ ਕੁਐਸਚਨ ਦੇ ਵਿੱਚ ਦੇਖੋ ਨੇ ਕੀ ਕਿਹਾ, ਦ ਲੈਂਥ ਆਫ ਦਾ ਸਾਈਡਸ ਆਫ ਦਾ ਟ੍ਰਾਇੰਗਲਸ ਆਰ ਇਨ ਦਾ ਰੇਸ਼ੋ 3:4:5। ਕਹਿੰਦਾ ਇੱਕ ਟ੍ਰਾਇੰਗਲ ਹੈ, ਉਹਨਾਂ ਦੇ ਸਾਈਡਾਂ ਦੀ ਰੇਸ਼ੋ ਸਾਨੂੰ ਦਿੱਤੀ ਹੋਈ ਹੈ 3:4:5 ਦਿੱਤੀ ਹੋਈ ਹੈ। ਦੇਖੋ ਜਦੋਂ ਰੇਸ਼ੋ ਦਿੱਤੀ ਹੋਵੇ ਤਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜਾ ਮਲਟੀਪਲ ਹੈ, ਇਸ ਲਈ ਅਸੀਂ x ਮੰਨ ਲੈਂਦੇ ਹੁੰਦੇ ਹਾਂ। ਸਾਨੂੰ ਇਹਦਾ ਏਰੀਆ ਪਤਾ ਕਰਨਾ ਹੈ। ਪੈਰਾਮੀਟਰ ਸਾਨੂੰ ਦਿੱਤਾ ਹੋਇਆ 144 ਸੈਂਟੀਮੀਟਰ। ਜੇ ਮੈਂ ਇਹਦਾ ਪੈਰਾਮੀਟਰ ਕੱਢਾਂ ਬੱਚੇ ਕਿੰਨਾ ਆਊਗਾ, ਇਹ ਹੋਊਗਾ 3x ਪਲੱਸ 4x ਪਲੱਸ 7x, 5x ਸੋਰੀ 5x ਹੈ, ਤੇ ਇਹਨਾਂ ਸਾਰਿਆਂ ਦਾ ਜੋੜ ਦਿੱਤਾ ਹੋਇਆ ਸਾਨੂੰ 144। 4 3 7 ਤੇ 5 ਕਿੰਨਾ ਹੋ ਗਿਆ, 12x 144 ਦੇ ਬਰਾਬਰ ਹੋ ਗਏ। ਸੋ x ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲ, 144/12। ਤਾਂ ਤੁਸੀਂ ਕਹਿ ਦੋਗੇ x ਦੀ ਵੈਲਿਊ ਆ ਗਈ 12। ਤਾਂ ਸਾਈਡਾਂ ਕੀ ਹੋ ਗਿਆ, 12 ਤੀਏ 36, 12 ਚੌਕਾ 48, 12 5 60। ਤਾਂ ਹੁਣ ਟ੍ਰਾਇੰਗਲ ਦੀਆਂ ਤਿੰਨੋਂ ਸਾਈਡਾਂ ਸਾਨੂੰ ਪਤਾ ਲੱਗ ਗਈਆਂ। ਠੀਕ ਹੈ ਜੀ, ਅਗਰ ਟ੍ਰਾਇੰਗਲ ਦੀਆਂ ਤਿੰਨੋਂ ਸਾਈਡਾਂ ਪਤਾ ਲੱਗ ਗਈਆਂ, ਹੁਣ ਅਸੀਂ ਏਰੀਆ ਪਤਾ ਕਰਨਾ। ਏਰੀਆ ਵਾਸਤੇ ਕਿਹੜਾ ਫਾਰਮੂਲਾ ਲੱਗੂਗਾ, ਹੁਣ ਇੱਥੇ ਤਿੰਨੋਂ ਸਾਈਡਾਂ ਅਗਰ ਗਿਵਨ ਹੋਣ ਤਾਂ ਹੀਰੋ ਫਾਰਮੂਲਾ ਲੱਗਦਾ ਜੀ। ਹੀਰੋ ਫਾਰਮੂਲਾ ਕੀ ਕਹਿੰਦਾ, s ਮਾਈਨਸ ਏ, s ਮਾਈਨਸ ਬੀ, s ਮਾਈਨਸ ਸੀ, ਇਹ ਕਹੂਗਾ। ਤਾਂ ਸਭ ਤੋਂ ਪਹਿਲਾਂ ਸਾਨੂੰ s ਕੱਢਣਾ ਪਊਗਾ। s ਕੀ ਹੁੰਦਾ, ਸੈਮੀ ਪੈਰਾਮੀਟਰ। ਤਾਂ ਸਾਰਿਆਂ ਦਾ ਜੋੜ 144 ਆਊਗਾ, ਕਿਉਂਕਿ ਪੈਰਾਮੀਟਰ ਸਾਨੂੰ ਦਿੱਤਾ ਹੋਇਆ, ਡਿਵਾਈਡਡ ਬਾਈ 2 ਕਰਤਾ, s ਕਿੰਨਾ ਆ ਗਿਆ ਸਾਡਾ, 72 ਆ ਗਿਆ ਜੀ। ਸੋ s ਦੀ ਵੈਲਿਊ 72, s ਮਾਈਨਸ ਏ 72 ਮਾਈਨਸ 36, 72 ਮਾਈਨਸ 48, 72 ਮਾਈਨਸ 60। ਜੇ ਅਸੀਂ ਇਹਨੂੰ ਸੋਲਵ ਕਰੀਏ ਤਾਂ s ਦੀ ਵੈਲਿਊ 72 ਹੋ ਗਈ। 72 ਚੋਂ 36 ਕੱਢੇ ਕਿੰਨਾ ਆਇਆ ਜੀ, 36 ਆ ਗਿਆ। 72 ਚੋਂ 48 ਕੱਢੇ ਤਾਂ ਕਿੰਨਾ ਆ ਗਿਆ, 24 ਆ ਗਿਆ। 72 ਚੋਂ 60 ਕੱਢੇ ਤਾਂ ਕਿੰਨਾ ਆ ਗਿਆ, 12 ਆ ਗਿਆ। ਹੁਣ ਅਸੀਂ ਇਹਦੇ ਫੈਕਟਰ ਬਣਾਉਣੇ ਨੇ। ਗੁਣਾ ਕਰਕੇ ਵਰਗਮੂਲ ਕੱਢ ਲਓ, ਜਾਂ ਇਹਨੂੰ ਲਿਖ ਲਓ। 72 ਕੀ ਹੁੰਦਾ, 36 ਗੁਣਾ 2, ਫਿਰ 36 ਦਾ ਸਾਨੂੰ ਪਤਾ ਹੀ ਹੈ। 24 ਨੂੰ ਲਿਖ ਸਕਦੇ ਹਾਂ 2 ਗੁਣਾ 12, ਔਰ 12 ਇਹ ਆ ਗਿਆ। ਸੋ 36 ਦਾ ਵਰਗਮੂਲ 6, ਇਸ 36 ਦਾ ਵਰਗਮੂਲ ਵੀ 6, ਔਰ ਇਹ 12 12 144 ਹੋ ਗਏ। 144 ਦਾ ਵਰਗਮੂਲ ਕਿੰਨਾ ਹੋ ਗਿਆ ਸਾਡੇ ਕੋਲ, 12 ਆ ਗਿਆ। ਸੋ ਸਾਡੇ ਕੋਲ ਅੰਦਰ ਕੀ ਬਚਿਆ, 2 ਬਚ ਗਿਆ। ਕੀ ਬਚ ਗਿਆ, 2। ਤਾਂ ਕਿੰਨਾ ਆ ਗਿਆ, 6 36, 36 ਇੰਟੂ 12 ਕਰ ਲਓ, ਕਿੰਨਾ ਆ ਗਿਆ, 36 ਇੰਟੂ 12 ਕਰਾਂਗੇ, 12 ਛਿੱਕਾ 72, 12 ਤੀਏ 36, 36 ਤੇ 7 ਕਿੰਨੇ ਹੋ ਗਏ ਸਾਡੇ ਕੋਲ, 43, 432 ਨਾਲ ਰੂਟ 2। ਤਾਂ ਤੁਸੀਂ ਕਹਿ ਦੋਗੇ ਤੁਹਾਡਾ ਆਨਸਰ ਕੀ ਆਊਗਾ, 432 ਰੂਟ 2 ਆ ਜਾਊਗਾ। ਮੇਰੇ ਖਿਆਲ ਨਾਲ ਸਭ ਨੂੰ ਕਲੀਅਰ ਹੈ। ਦੇਖੋ ਆਈ ਥਿੰਕ ਹਾਂਜੀ ਬਿਲਕੁਲ ਸਹੀ ਹੈ ਸਾਰਿਆਂ ਦਾ, ਬਿਲਕੁਲ ਸਹੀ। ਇੱਕ ਵਾਰ ਫਿਰ ਦੇਖ ਲਓ, ਨਜ਼ਰ ਮਾਰ ਲਓ, ਸਕਰੀਨਸ਼ਾਟ ਖਿੱਚ ਲਓ। ਤੁਹਾਨੂੰ ਪੈਰਾਮੀਟਰ ਦਿੱਤਾ ਹੋਊਗਾ ਜਾਂ ਏਰੀਆ ਦਿੱਤਾ ਹੋਊਗਾ, ਸਾਈਡਾਂ ਦੀ ਰੇਸ਼ੋ ਦਿੱਤੀ ਹੋਊਗੀ, ਕੁਝ ਵੀ ਨਾ ਕੁਝ ਫਾਈਂਡ ਕਰਨ ਨੂੰ ਤੁਹਾਨੂੰ ਜ਼ਰੂਰ ਕਿਹਾ ਜਾਊਗਾ। ਬਿਲਕੁਲ ਸਹੀ ਹੈ ਜੀ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਸੋ ਅਗਲੇ ਕੁਐਸਚਨ ਦੇ ਉੱਪਰ ਦੇਖਦੇ ਹਾਂ ਜੀ ਕੀ ਆਊਗਾ। ਹੁਣ ਇਸ ਕੁਐਸਚਨ ਦੇ ਵਿੱਚ ਉਹਨੇ ਕੀ ਕਿਹਾ,
base of the triangular field is 3 times of its altitude। एक triangular field है, ਉਹਦਾ base ਕੀ ਹੈ 3 ਟਾਈਮ ਹੈ ਜਿੰਨਾ ਉਹਦਾ altitude ਹੈ। altitude ਅਸੀਂ height ਨੂੰ ਕਹਿ ਦਿੰਦੇ ਆ, ਕਹਿੰਦਾ ਜਿੰਨੀ ਉਹਦੀ height ਹੈ base ਕੀ ਹੈ ਉਹਦਾ 3 ਟਾਈਮ ਹੈ, ਮਤਲਬ 3x ਹੋ ਗਿਆ। ਕਹਿੰਦਾ if the cost of cultivating the field 24 ਰੁਪਏ 68 ਪੈਸੇ ਪਰ ਹੈਕਟੇਅਰ ਦੇ ਹਿਸਾਬ ਨਾਲ 338 ਰੁਪਏ 18 ਪੈਸੇ ਹੈ, find the base and height। ਅਸੀਂ base ਤੇ height ਅਸੀਂ ਪਤਾ ਕਰਨੀ ਹੈ। ਉਹ ਕਹਿੰਦਾ ਵੀ ਇਹ ਕਲਟੀਵੇਟ ਕਰਨਾ ਹੈ, ਕਲਟੀਵੇਟ ਮਤਲਬ ਇਹਨੂੰ ਗਡਾਈ ਕਰਨੀ ਹੈ ਅਸੀਂ, ਗਡਾਈ ਤੇ ਗਡਾਈ ਕਰਨ ਦਾ ਰੇਟ ਕੀ ਹੈ 1 ਹੈਕਟੇਅਰ। ਹੈਕਟੇਅਰ ਕੀ ਹੁੰਦਾ ਦੇਖੋ, ਹੈਕਟੇਅਰ ਜਿਹੜਾ ਹੁੰਦਾ ਉਹ ਏਰੀਆ ਦੀ ਯੂਨਿਟ ਹੁੰਦੀ ਹੈ। 1 ਹੈਕਟੇਅਰ ਦੇ ਵਿੱਚ 10,000 ਮੀਟਰ ਸਕੁਅਰ ਹੁੰਦੇ ਨੇ, ਠੀਕ ਹੈ 10,000 ਮੀਟਰ ਸਕੁਅਰ। ਉਹ ਕਹਿੰਦਾ 1 ਹੈਕਟੇਅਰ ਦੀ ਕੋਸਟ ਹੈਗੀ ਗਡਾਈ ਕਰਨ ਦੀ 24 ਰੁਪਏ 68 ਪੈਸੇ। ਸਾਨੂੰ ਨਹੀਂ ਪਤਾ ਕਿੰਨੇ ਹੈਕਟੇਅਰ ਹੈ, ਅਗਰ 1 ਹੈਕਟੇਅਰ ਹੁੰਦਾ ਤਾਂ 1 ਨਾਲ ਮਲਟੀਪਲਾਈ ਕਰ ਦਿੰਦੇ, 2 ਹੈਕਟੇਅਰ ਹੁੰਦੇ ਤਾਂ 2 ਨਾਲ ਮਲਟੀਪਲਾਈ ਕਰ ਦਿੰਦੇ। ਸਾਨੂੰ ਨਹੀਂ ਪਤਾ, ਅਸੀਂ ਮੰਨ ਲੈਂਦੇ ਵੀ n ਹੈਕਟੇਅਰ ਇਸ ਫੀਲਡ ਦਾ ਏਰੀਆ ਹੈ, ਤਾਂ ਅਗਰ 24 ਰੁਪਏ 68 ਹਿਸਾਬ ਨਾਲ ਇੰਨੇ ਹੈਕਟੇਅਰ ਆ ਗਿਆ ਤਾਂ 24 ਰੁਪਏ 68 ਹਿਸਾਬ ਨਾਲ ਮਲਟੀਪਲਾਈ ਕਰਕੇ ਟੋਟਲ ਖਰਚਾ 333 ਰੁਪਏ 18 ਪੈਸੇ ਆ ਗਿਆ। ਅਸੀਂ ਸਾਡੇ ਕੋਲ ਇਸ ਖੇਤ ਦਾ ਪੂਰਾ ਏਰੀਆ ਆ ਜਾਊਗਾ ਜੋ ਕਿ ਕਿੰਨਾ ਆਇਆ 333 ਡਿਵਾਈਡਡ 0.18 ਬਟੇ 24 ਰੁਪਏ 68 ਪੈਸੇ। ਇਹ ਪੁਆਇੰਟ ਨਾਲ ਪੁਆਇੰਟ ਕੱਟ ਗਿਆ। ਇਹ ਹੈਕਟੇਅਰ ਹੈ, ਇਹਨੂੰ ਮੀਟਰ ਚ ਕਨਵਰਟ ਕਰ ਲੈਂਦੇ ਆ। 1 ਹੈਕਟੇਅਰ 10,000 ਦੇ ਬਰਾਬਰ ਹੁੰਦਾ। ਤੁਸੀਂ ਕਹਿ ਦਾਂਗੇ ਇਹ ਕੀ ਆ ਗਿਆ ਸਾਡੇ ਕੋਲ ਫੀਲਡ ਦਾ ਏਰੀਆ ਆ ਗਿਆ। ਕਿਹਦਾ ਏਰੀਆ ਆ ਗਿਆ ਫੀਲਡ ਦਾ। ਦੇਖੋ ਸਾਨੂੰ ਪਤਾ ਹੈ ਨਹੀਂ 1 ਹੈਕਟੇਅਰ ਦਾ ਇੰਨਾ ਖਰਚਾ ਹੈ, ਅਗਰ ਮੰਨ ਲਓ 2 ਹੁੰਦੇ ਤਾਂ 2 ਨਾਲ ਮਲਟੀਪਲਾਈ ਕਰਦੇ, 3 ਹੈਕਟੇਅਰ ਹੁੰਦਾ ਤਾਂ 3 ਨਾਲ। ਸਾਨੂੰ ਨਹੀਂ ਪਤਾ ਕਿੰਨੇ ਹੈਕਟੇਅਰ, ਇਸ ਲਈ ਇਹਨੂੰ n ਨਾਲ ਮਲਟੀਪਲਾਈ ਕਰ ਤਾਂ n ਆ ਗਿਆ, ਮਤਲਬ ਇੰਨਾ, ਮਤਲਬ ਇਹ ਹੈਕਟੇਅਰ ਕੀ ਆ ਗਿਆ ਖੇਤ ਦਾ ਏਰੀਆ ਆ ਗਿਆ। ਔਰ ਅਗਰ ਅਸੀਂ ਖੇਤ ਦਾ ਏਰੀਆ ਕੱਢੀਏ ਤਾਂ ਕੀ ਫਾਰਮੂਲਾ ਹੁੰਦਾ ਹੈ ਹਾਫ ਇਨਟੂ ਬੇਸ। ਬੇਸ ਕਿੰਨਾ ਸਾਡੇ ਕੋਲ 3x ਹੈ, ਹਾਈਟ ਕਿੰਨੀ ਹੈ ਸਾਡੀ x ਹੈ, ਇਹ ਏਰੀਆ ਆ ਗਿਆ ਖੇਤ ਦਾ ਏਰੀਆ ਜੋ ਕਿ ਕਿਹਦੇ ਬਰਾਬਰ ਆ ਗਿਆ 333 ਡਿਵਾਈਡਡ ਬਾਈ 18 ਅਪੋਨ 2418 68 ਸੋਰੀ ਗੁਣਾ 10,000। ਸੋ ਇਹ ਆ ਗਿਆ। ਹੁਣ ਅਸੀਂ ਸੋਲਵ ਕਰਨਾ ਹੈ, ਕੀ ਹੋ ਗਿਆ ਸਾਡੇ ਕੋਲ ਇੱਧਰ ਰਹਿ ਗਿਆ x ਸਕੁਅਰ, ਇਹ ਹੋ ਗਿਆ 333 18 2468 ਔਰ ਇਹ 3 ਥੱਲੇ ਆ ਜਾਊਗਾ ਜੀ ਤੇ 2 ਸਾਡਾ ਉੱਪਰ ਚਲਾ ਜਾਊਗਾ। ਕਲੀਅਰ ਹੈ ਜੀ, ਇਹ ਆ ਗਿਆ। ਹੁਣ ਇਹਦੀ ਕਟਿੰਗ ਕਰਨੀ ਹੈ। ਦੇਖੋ ਜੀ ਅਗਰ ਤੁਸੀਂ ਇਹਨੂੰ 4 2 ਦੇ ਟੇਬਲ ਤੇ ਕੱਟਦੇ ਹੋ ਤਾਂ ਇਹ ਕੀ ਆ ਗਿਆ 2 ਏਕਮ 2 2 ਦੂਣੀ 4 2 ਤੀਏ 6 2 ਚੌਕਾ 8। ਇਹਨੂੰ ਕੱਟਦੇ ਹੋ 2 ਏਕਮ 2 2 ਛਿਕਾ 12 2 ਛਿਕਾ 12 2 5 10 2 9 18। ਤਾਂ ਤੁਸੀਂ ਇਹਨੂੰ ਕੱਟ ਲਿਓ ਜੀ ਜਿੱਦਾਂ ਮਰਜ਼ੀ। ਦੇਖੋ ਇਹ ਕੱਟੋਗੇ ਕਿੰਨਾ ਆਇਆ ਤੁਹਾਡੇ ਕੋਲ 2 ਛਿਕੇ 12 ਆ ਗਿਆ ਜੀ, 2 ਏਕਮ 2 2 7 ਕਿੰਨਾ ਆ ਗਿਆ ਦੇਖੋ 14 ਆ ਗਿਆ ਜੀ। ਕਿ ਹੋਰ ਕੱਟਦਾ ਇਹਨੂੰ 3 ਦੇ ਟੇਬਲ ਤੇ ਕੱਟ ਸਕਦਾ, ਤੈਨੂੰ ਕੱਟ ਦਿਓ, ਠੀਕ ਹੈ ਜੀ। ਇਹ ਆਈ ਥਿੰਕ ਮੈਂ ਤੁਹਾਨੂੰ ਦੱਸ ਦਿੰਦਾ ਜੀ, ਇਹਦਾ ਆਊਗਾ x ਸਕੁਅਰ ਤੁਹਾਡੇ ਕੋਲ ਆ ਜਾਊਗਾ 300 ਆ ਜਾਊਗਾ। ਕਿੰਨਾ ਆ ਜਾਊਗਾ 3 x ਸਕੁਅਰ ਤੁਹਾਡੇ ਕੋਲ 9 ਇੰਟੂ ਸਮਥਿੰਗ ਆ ਜਾਊਗਾ। ਤੁਸੀਂ ਕਟਿੰਗ ਕਰਕੇ ਦੇਖੋ ਜੀ ਇਹਦੀ ਕਿੰਨੀ ਆਊਗੀ। ਸ਼ਾਬਾਸ਼ ਸਾਰੇ ਜਣੇ ਜਲਦੀ ਜਲਦੀ ਦੇਖੋ ਕੀ ਆਊਗਾ। ਮੈਂ ਤੁਹਾਨੂੰ ਟਾਈਮ ਦੇ ਰਿਹਾ ਕੱਢਣ ਦਾ। ਜਲਦੀ ਜਲਦੀ ਕੱਢ ਕੇ ਦੇਖੋ ਜੀ ਕੀ ਆਊਗਾ। ਸ਼ਾਬਾਸ਼ ਜੀ। ਹਾਂਜੀ ਇਹ ਆ ਜਾਊਗਾ ਤੁਹਾਡੇ ਕੋਲ x ਸਕੁਅਰ ਜਿਹੜਾ ਆ ਜਾਊਗਾ ਉਹ ਆ ਜਾਊਗਾ ਤੁਹਾਡੇ ਕੋਲ 90,000 ਆ ਜਾਊਗਾ। ਤਾਂ x ਦੀ ਵੈਲਿਊ ਜਦੋਂ ਤੁਸੀਂ ਕੱਢੋਗੇ ਤਾਂ ਇਹ ਆ ਜਾਊਗੀ ਤੁਹਾਡੇ ਕੋਲ 300। ਠੀਕ ਹੈ ਜੀ। ਤੇ 300 ਆ ਗਿਆ, ਤੁਸੀਂ ਕਹਿ ਸਕਦੇ ਹੋ ਹਾਈਟ ਤੁਹਾਡੀ 300 ਆ ਗਈ ਤੇ ਬੇਸ ਜਿਹੜਾ ਆ ਗਿਆ ਤੁਹਾਡੇ ਕੋਲ 900 ਆ ਗਿਆ। ਦੇਖੋ ਇਸ ਕੁਐਸਚਨ ਦੇ ਵਿੱਚ ਥੋੜੀ ਜੀ ਕੈਲਕੂਲੇਸ਼ਨ ਜ਼ਰੂਰ ਸੀ, ਬਾਕੀ ਕਟਿੰਗ ਵਗੈਰਾ ਤੁਹਾਨੂੰ ਆਪ ਕਰਨੀ ਪਊਗੀ ਜੀ। ਠੀਕ ਹੈ ਜੀ। ਸੋ ਇਹ ਅਸੀਂ ਅੱਜ ਇੰਨਾ ਕੀ ਪਾਰਟ ਡਿਸਕਸ ਕਰਾਂਗੇ, ਅਗਲਾ ਪਾਰਟ ਅਸੀਂ ਜਲਦੀ ਲੈ ਕੇ ਆਵਾਂਗੇ। ਸੋ ਗਾਇਸ ਸਾਡਾ ਨਾ ਆਫਲਾਈਨ ਤੇ ਆਨਲਾਈਨ ਬੈਚ ਚੱਲ ਰਹੇ ਨੇ ਪਟਵਾਰੀ ਐਗਜ਼ਾਮਸ ਲਈ। ਅਗਰ ਤੁਹਾਡੇ ਚੋਂ ਕਿਸੇ ਵੀ ਸਟੂਡੈਂਟ ਨੇ ਅਗਰ ਇਹ ਕਰਨਾ ਹੋਵੇ ਤਾਂ ਸਾਨੂੰ ਇਸ ਨੰਬਰ ਤੇ ਕੰਟੈਕਟ ਜ਼ਰੂਰ ਕਰ ਸਕਦੇ ਹੋ। ਅਸੀਂ ਡੀਪਲੀ ਕਰਵਾ ਰਹੇ ਹਾਂ, ਅਸੀਂ ਆਰ ਐਸ ਅਗਰਵਾਲ ਦੀ ਬੁੱਕ ਨੂੰ ਕੰਪਲੀਟ ਕਰਵਾ ਰਹੇ ਹਾਂ। ਸਾਰੇ ਮਤਲਬ ਕਿ ਸਬਜੈਕਟ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਤਜਰਬੇਕਾਰ ਅਧਿਆਪਕਾਂ ਦੀ ਹੈਲਪ ਨਾਲ ਕਰਵਾਏ ਜਾਂਦੇ ਨੇ। ਸੋ ਜੇ ਤੁਹਾਡੇ ਚੋਂ ਕਿਸੇ ਨੇ ਵੀ ਆਨਲਾਈਨ ਜਾਂ ਆਫਲਾਈਨ ਦੀ ਕੋਚਿੰਗ ਲੈਣੀ ਹੋਵੇ ਪਟਵਾਰੀ ਦੀ ਤਾਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਧੰਨਵਾਦ।